साध संगत जी वाहिगुरु जी का खालसा वाहिगुरु जी की फतेह। ਤੁਹਾਡਾ ਆਪਣੇ ਚੈਨਲ ਵਿੱਚ ਸਵਾਗਤ ਹੈ। ਤੁਸੀਂ ਸਾਰੇ ਹੀ ਇਸ ਚੈਨਲ ਨੂੰ ਬੜਾ ਪਿਆਰ ਮਾਣ ਬਖਸ਼ਦੇ ਹੋ। ਤੁਹਾਡੇ ਪਿਆਰ ਅਤੇ ਅਸੀਸਾਂ ਸਦਕਾ ਹੀ ਇਸ ਦਾਸ ਵੱਲੋਂ ਸਤਿਗੁਰਾਂ ਦੀ ਕਿਰਪਾ ਅਨੁਸਾਰ ਜਿੰਨੀ ਕੋ ਸਤਿਗੁਰਾਂ ਨੇ ਬੁੱਧੀ ਬਖਸ਼ੀ ਹੈ ਉਸ ਅਨੁਸਾਰ ਪੜ੍ਹ ਕੇ ਇਤਿਹਾਸ ਨਾਲ ਆਪ ਰੂਬਰੂ ਹੋ ਕੇ ਤੁਹਾਨੂੰ ਵੀ रूबरू करवाउण दी कोशिश करीदी है। सो आप जी भी इतिहास नूं पूरा सुनना करना जी, क्योंकि जदों असीं गुरु साहिबां दा इतिहास बोलदे हां तां साडी अपनी सुरत गुरु चरनां विच जा बराजदी है। अगर तुसीं भी थोड़ा ध्यान ला के सुनोगे तां तुसीं भी अपनी सुरत गुरु चरनां विच महसूस करोगे। सो आओ इतिहास शुरू करते हाँ। जिवें कि आप जी जानते ही हो कि साडियां इस चैनल ते 300 तो भी ज्यादा उपर इतिहास वालियां वीडियो हन जिन्हां दे विच 10 पातशाहियां जी दा इतिहास आप जी नूं सुनाउण दी कोशिश कीती है। सो अज असीं खालक खलक मह शब्द ते विचार करन दी कोशिश करांगे ਅਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਰਤਾਂਤ ਵਿੱਚੋਂ ਇੱਕ ਛੋਟੀ ਜਿਹੀ ਸਾਖੀ ਵੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਦਰਬਾਰ ਵਿੱਚ ਬੈਠਿਆਂ ਸਤਿਗੁਰੂ ਜੀ ਨੇ ਇੱਕ ਦਿਨ ਕਿਹਾ ਕਿ ਕੋਈ ਸਿੱਖ ਪੀਣ ਵਾਸਤੇ ਪਾਣੀ ਦਾ ਇੱਕ ਗਲਾਸ ਲਿਆਵੇ। हर रोज एक सिख आके सब तो पहली कतार विच बैठिया करदा सी। सतगुरां दा हुक्म सुन के वो तुरंत उठिया अते पानी दा गिलास लैके आया। सतगुरु जी ने उस दे हथ तक्के भाव के उस दे हत्थां वल देखिया जो बड़े नरम सोल सन। उस नूं गुरु जी ने पूछिया, तेरे हथ बड़े कूले हन, की तू इन्हां नाल कदे काम नहीं कीता, सेवा नहीं कीती? उस सिख ने उत्तर दिता, मैं सरदे पुरदे घर विच जम्मिया हां, मैनू किसे दी सेवा करन दी लोड़ ही नहीं पई, सगों घर विच भी सारे काम कार नौकर चाकर ही कर दिंदे हन। ਅੱਜ ਪਹਿਲਾ ਦਿਨ ਹੈ ਕਿ ਮੈਂ ਆਪ ਜੀ ਵਾਸਤੇ ਪਾਣੀ ਦਾ ਗਲਾਸ ਲਿਆਇਆ ਹਾਂ। ਸਤਿਗੁਰੂ ਪਾਤਸ਼ਾਹ ਜੀ ਨੇ ਉਸ ਸਿੱਖ ਦੇ ਹੱਥੋਂ ਪਾਣੀ ਦਾ ਗਲਾਸ ਲੈਣ ਤੋਂ ਇਨਕਾਰ ਕਰ ਦਿੱਤਾ। ਬਚਨ ਕੀਤਾ ਕਿ ਜਿਹੜਾ ਸਿੱਖ ਹੱਥੀਂ ਕਾਰ ਨਹੀਂ ਕਰਦਾ ਤੇ ਸਾਰੀ ਖਲਕਤ ਵਿੱਚ ਪ੍ਰਮਾਤਮਾ ਨੂੰ ਵੇਖ ਕੇ ਮਨੋ ਭਰਮ ਭੇਦ ਮਿਟਾ ਕੇ ਆਪਣੇ ਹੱਥੀਂ ਸਭ ਦੀ ਸੇਵਾ ਨਹੀਂ ਕਰਦਾ, ਉਸ ਦੇ ਹੱਥ ਅਪਵਿੱਤਰ ਹਨ, मानो मुर्दे दे हत्थां दी तरह हन। सुन सिखा गुरमत ए सार, सत संगत की सेव उधार, जो मुर्दे के अंग अपावन, सूक च्यो सब नह करे सुहावन। भाई नंद लाल जी गुरसेवा विच धन धन श्री गुरु गोबिंद सिंह जी गुरगद्दी ते विराजमान होए तां भाई नंद लाल जी मुल्तान तो सन 1682 विच गुरु दरबार विच आए सन ਅਤੇ ਸਾਲ ਕੋ ਭਰ ਮਗਰੋਂ ਆਗਰੇ ਚਲੇ ਗਏ ਸਨ। ਸਨ 1688 ਵਿੱਚ ਔਰੰਗਜ਼ੇਬ ਨੇ ਸ਼ਹਿਜ਼ਾਦਾ ਮੁਅੱਜ਼ਮ ਨੂੰ ਕੈਦ ਕਰ ਦਿੱਤਾ ਅਤੇ ਭਾਈ ਨੰਦ ਲਾਲ ਜੀ ਅਨੰਦਪੁਰ ਸਾਹਿਬ ਆ ਗਏ ਸਨ। ਜਦੋਂ ਸਨ 1695 ਵਿੱਚ ਮੁਅੱਜ਼ਮ ਨੂੰ ਰਿਹਾ ਕੀਤਾ ਗਿਆ ਤਾਂ ਭਾਈ ਸਾਹਿਬ ਫਿਰ ਉਸ ਦੀ ਸੇਵਾ ਵਿੱਚ ਚਲੇ ਗਏ। 2 ਸਾਲਾਂ ਮਗਰੋਂ ਉਹਨਾਂ ਨੂੰ ਔਰੰਗਜ਼ੇਬ ਦੇ ਕਹਿਰ ਤੋਂ ਬਚਣ ਲਈ ਨੌਕਰੀ ਛੱਡਣ ਲਈ ਮਜਬੂਰ ਹੋਣਾ ਪਿਆ। ਸਨ 1697 ਵਿੱਚ 64 ਸਾਲਾਂ ਦੀ ਉਮਰੇ ਭਾਈ ਨੰਦ ਲਾਲ ਜੀ ਫਿਰ ਅਨੰਦਪੁਰ ਸਾਹਿਬ ਆਏ ਅਤੇ ਇੱਥੇ ਹੀ ਟਿਕ ਗਏ। ਇੱਥੇ ਆਪ ਗੁਰੂ ਪਾਤਸ਼ਾਹ ਜੀ ਦੀ ਸੰਗਤ ਵਿੱਚ ਸਨ 1704 ਤੱਕ ਰਹੇ। ਰੋਜ਼ਾਨਾ ਸੰਗਤ ਦੀ ਬਰਕਤ ਨਾਲ ਭਾਈ ਨੰਦ ਲਾਲ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਲਈ ਪਿਆਰ ਇਸ਼ਕ ਦੇ ਦਰਜੇ ਤੱਕ ਪੁੱਜ ਗਿਆ ਸੀ। ਭਾਈ ਸਾਹਿਬ ਨੇ ਜਿੱਥੇ ਗੁਰੂ ਪਾਤਸ਼ਾਹ ਜੀ ਦੇ ਪਿਆਰ ਵਿੱਚ ਰੰਗੀਜ ਕੇ ਸਹਿਬਾ ਦੀ ਉਸਤਤ ਵਿੱਚ ਉੱਚ ਪਾਏ ਦੀ ਕਵਿਤਾ ਰਚੀ, ਉੱਥੇ ਗੁਰਮਤਿ ਸਿਧਾਂਤਾਂ ਦੀਆਂ ਵਿਆਖਿਆ ਕਰਨ ਵਾਲੀਆਂ ਪੁਸਤਕਾਂ ਵੀ ਰਚੀਆਂ। ਆਪ ਜੀ ਦੀਆਂ ਧਾਰਮਿਕ ਤੌਰ ਤੇ ਇੰਨੀਆਂ ਉੱਚ ਪਾਏ ਦੀਆਂ ਸਨ ਕਿ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦੀ ਤਰ੍ਹਾਂ ਆਪ ਜੀ ਦੀਆਂ ਰਚਨਾਵਾਂ ਦਾ ਕੀਰਤਨ ਕਰਨ ਦੀ ਵੀ ਸਿੱਖ ਪੰਥ ਵੱਲੋਂ ਆਗਿਆ ਹੈ। ਗੁਰਬਾਣੀ ਅਤੇ ਇਹਨਾਂ ਦੋਹਾਂ ਗੁਰਮੁਖ ਵਿਦਵਾਨਾਂ ਤੋਂ ਸਿਵਾ ਹੋਰ ਕਿਸੇ ਰਚਨਾ ਦਾ ਗੁਰਦੁਆਰੇ ਵਿੱਚ ਕੀਰਤਨ ਨਹੀਂ ਹੋ ਸਕਦਾ। ਭਾਈ ਨੰਦ ਲਾਲ ਜੀ ਦੀ ਰਚਿਤ 10 ਪੁਸਤਕਾਂ ਮਿਲੀਆਂ ਹਨ, ਜਿਨ੍ਹਾਂ ਵਿੱਚੋਂ 7 ਫਾਰਸੀ ਅਤੇ 3 ਪੰਜਾਬੀ ਵਿੱਚ ਹਨ। ਕਵਿਤਾ ਵਿੱਚ ਆਪ ਗੋਇਆ ਅਤੇ ਲਾਲ ਉਪਨਾਮ ਵਰਤਦੇ ਸਨ। ਫਾਰਸੀ ਵਿੱਚ ਆਪ ਨੇ पहले नंबर ते जिंदगी नामा, दूसरे नंबर ते दीवान गोया, तौसीफ और सना,
ਗੰਜਨਾਮਾ ਜੋਤ ਵਿਗਾਸ, ਦਸਤੂਰਲ ਇਨਸ਼ਾ, ਅਰਜਲ ਅਲਫਾਜ਼ ਅਤੇ ਪੰਜਾਬੀ ਵਿੱਚ ਜੋਤ ਵਿਗਾਸ, ਰਹਿਤਨਾਮਾ, ਤਨਖਾਹਨਾਮਾ ਰਚਨਾਵਾਂ ਰਚੀਆਂ ਹਨ। ਭਾਈ ਨੰਦ ਲਾਲ ਜੀ ਦੇ ਜੀਵਨ ਤੇ ਇੱਕ ਝਾਤ ਮਾਰੀਏ ਤਾਂ ਭਾਈ ਨੰਦ ਲਾਲ ਜੀ ਦੇ ਬਜ਼ੁਰਗਾਂ ਅਤੇ ਵਤਨ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲਦੀ। ਹਾਂ, ਇਤਿਹਾਸ ਇਸ ਗੱਲ ਦੀ ਪੱਕੀ ਗਵਾਹੀ ਭਰਦਾ ਹੈ ਕਿ ਆਪ ਦੇ ਪਿਤਾ ਛੱਜੂ ਮੱਲ ਜੀ ਖੱਤਰੀ ਅਰਬੀ ਫਾਰਸੀ ਦੇ ਚੰਗੇ ਵਿਦਵਾਨ ਸਨ। ਸ਼ਾਹਜਹਾਨ ਦੇ ਸਮੇਂ ਉਹ ਨੌਕਰੀ ਦੀ ਭਾਲ ਵਿੱਚ ਦਿੱਲੀ ਆਏ ਅਤੇ ਸ਼ਾਹੀ ਮੁਨਸ਼ੀਖਾਨੇ ਵਿੱਚ ਨੌਕਰ ਹੋ ਗਏ। ਇੱਥੇ ਹੀ ਉਹਨਾਂ ਦਾ ਮੇਲ ਸ਼ਹਿਜ਼ਾਦਾ ਦਾਰਾ ਸ਼ਿਕੋਹ ਨਾਲ ਹੋਇਆ, ਜੋ ਆਪ ਨੂੰ ਕੰਧਾਰ ਦੀ ਪਹਿਲੀ ਮਹਿਮ ਉੱਤੇ ਸਨ 1630 ਵਿੱਚ ਆਪਣਾ ਮੀਰ ਮੁਨਸ਼ੀ ਬਣਾ ਕੇ ਨਾਲ ਲੈ ਗਿਆ। ਮਹਿਮ ਮਗਰੋਂ ਸ਼ਹਿਜ਼ਾਦਾ ਤਾਂ ਵਾਪਸ ਆ ਗਿਆ, ਪਰ ਮੁਨਸ਼ੀ ਛੱਜੂ ਮੱਲ ਗਜਨੀ ਹੀ ਟਿਕੇ ਰਹੇ। ਉੱਥੇ ਹੀ ਸਨ 1633 ਵਿੱਚ ਭਾਈ ਨੰਦ ਲਾਲ ਜੀ ਦਾ ਜਨਮ ਹੋਇਆ। ਪਿਤਾ ਜੀ ਦੀ ਨਿਗਰਾਨੀ ਵਿੱਚ ਨੰਦ ਲਾਲ ਜੀ ਨੇ 6 ਸਾਲਾਂ ਦੀ ਉਮਰ ਵਿੱਚ ਹੀ ਅਰਬੀ ਫਾਰਸੀ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਸੀ। ਆਪ ਬਚਪਨ ਤੋਂ ਹੀ ਤੀਖਣ ਬੁੱਧੀ ਵਾਲੇ ਅਤੇ ਪੜ੍ਹਾਈ ਵਿੱਚ ਬਹੁਤ ਲਾਇਕ ਸਨ। ਮੁਨਸ਼ੀ ਛੱਜੂ ਮੱਲ ਬੈਰਾਗੀ ਸਾਧੂਆਂ ਭਾਵ ਰਾਮਾਨੰਦ ਜੀ ਦੇ ਸ਼ਰਧਾਲੂਆਂ ਦਾ ਸੇਵਕ ਸੀ। ਜਦੋਂ ਨੰਦ ਲਾਲ ਜੀ 12 ਸਾਲਾਂ ਦੇ ਹੋਏ, ਪਿਤਾ ਨੇ ਕੰਠੀ ਪਵਾਉਣ ਦੀ ਰਸਮ ਕਰਨੀ ਚਾਹੀ, ਜਿਸ ਦਾ ਭਾਵ ਵੈਰਾਗੀਆਂ ਤੋਂ ਦੀਖਿਆ ਲੈਣਾ ਹੁੰਦਾ ਹੈ। ਆਪ ਨੇ ਕੰਠੀ ਪਾਉਣ ਤੋਂ ਇਨਕਾਰ ਕਰ ਦਿੱਤਾ ਤੇ ਆਖਿਆ, ਮੈਨੂੰ ਜਹੀ ਕੰਠੀ ਪਵਾਓ ਜਿਹੜੀ ਕਦੇ ਨਾ ਟੁੱਟੇ ਅਤੇ ਜੀਵਨ ਦਾ ਸੁੱਖ ਚੈਨ ਲਿਆਉਣ ਵਿੱਚ ਸਹਾਈ ਹੋਵੇ। ਪਿਤਾ ਦੀ ਮੌਤ ਮਗਰੋਂ ਸਨ 1652 ਵਿੱਚ ਆਪ ਪਿਤਾ ਦੀ ਜਾਇਦਾਦ ਵੇਚ ਵੱਟ ਕੇ ਆਪਣੇ 2 ਭਰਾਵਾਂ ਤੇ 2 ਨੌਕਰਾਂ ਸਮੇਤ ਮੁਲਤਾਨ ਵਿੱਚ ਆ ਗਏ। ਇੱਥੇ ਹੀ ਆਪ ਦਾ ਇੱਕ ਗੁਰਸਿੱਖ ਘਰਾਣੇ ਵਿੱਚ ਵਿਆਹ ਹੋਇਆ। ਸਿੱਖੀ ਵੱਲ ਆਪ ਜੀ ਦਾ ਪਹਿਲਾਂ ਹੀ ਝੁਕਾਅ ਸੀ। ਜਦੋਂ ਆਪਣੀ ਸੁਪਤਨੀ ਤੋਂ ਰੋਜ਼ ਬਾਣੀ ਸੁਣਦੇ ਤਾਂ ਸਿੱਖੀ ਲਈ ਸ਼ਰਧਾ ਵੱਧਦੀ ਗਈ। ਫਿਰ ਆਪ ਜੀ ਨੇ ਗੁਰਮੁਖੀ ਪੜ੍ਹੀ ਅਤੇ ਬਾਣੀ ਅਤੇ ਗੁਰ ਇਤਿਹਾਸ ਦਾ ਅਧਿਐਨ ਕੀਤਾ। ਆਪਣੀ ਲਿਆਕਤ ਦੇ ਕਾਰਨ ਹੀ ਆਪ ਮੁਲਤਾਨ ਦੇ ਹਾਕਮ ਨਵਾਬ ਵਸਾਫ ਖਾਨ ਦੇ ਦਫ਼ਤਰ ਵਿੱਚ ਮੁਨਸ਼ੀ ਦੇ ਪਦ ਤੇ ਨਿਯੁਕਤ ਹੋਏ। ਜਲਦੀ ਹੀ ਮੀਰ ਮੁਨਸ਼ੀ ਬਣ ਗਏ। ਫਿਰ ਪੱਕਰ ਦੇ ਕਿਲੇਦਾਰ ਤੇ ਫੌਜਦਾਰ ਵੀ ਬਣੇ ਅਤੇ ਅੰਤ ਮੁਲਤਾਨ ਦੇ ਨਾਇਬ ਸੂਬੇਦਾਰ ਬਣੇ। ਜਿਵੇਂ ਕਿ ਪਹਿਲਾਂ ਆਪ ਜੀ ਨੂੰ ਦੱਸਿਆ ਹੈ ਕਿ ਭਾਈ ਨੰਦ ਲਾਲ ਜੀ 1682 ਵਿੱਚ ਮੁਲਤਾਨ ਤੋਂ ਅਨੰਦਪੁਰ ਸਾਹਿਬ ਵਿਖੇ ਗੁਰੂ ਦਰਬਾਰ ਵਿੱਚ ਆਏ ਸਨ। ਇੱਥੋਂ ਗੁਰੂ ਜੀ ਤੋਂ ਆਗਿਆ ਲੈ ਕੇ ਅਗਲੇ ਸਾਲ ਸਨ 1683 ਵਿੱਚ ਸ਼ਹਿਜ਼ਾਦਾ ਮੁਅੱਜ਼ਮ ਦੀ ਨੌਕਰੀ ਵਿੱਚ ਆਗਰੇ ਚਲੇ ਗਏ। ਮੁਅੱਜ਼ਮ ਜੋ ਔਰੰਗਜ਼ੇਬ ਦਾ ਬੇਟਾ ਸੀ, ਉੱਥੇ ਸ਼ਹਿਜ਼ਾਦਾ ਦੇ ਮੀਰ ਮੁਨਸ਼ੀ ਬਣ ਗਏ। ਸਨ 1688 ਵਿੱਚ ਅਨੰਦਪੁਰ ਸਾਹਿਬ ਆ ਗਏ ਅਤੇ 1695 ਤੱਕ ਇੱਥੇ ਹੀ ਰਹੇ। ਸਨ 1695 ਵਿੱਚ ਫਿਰ ਆਗਰੇ ਚਲੇ ਗਏ, ਪਰ 1697 ਵਿੱਚ ਹੀ ਉਹਨਾਂ ਨੂੰ ਨੌਕਰੀ ਛੱਡਣੀ ਪਈ। ਔਰੰਗਜ਼ੇਬ ਨੇ ਆਪਣੇ ਵਿਸ਼ੇਸ਼ ਦਰਬਾਰੀਆਂ ਨੂੰ ਅਤੇ ਸ਼ਹਿਜ਼ਾਦਾ ਮੁਅੱਜ਼ਮ ਨੂੰ ਈਰਾਨ ਦੇ ਸ਼ਾਹ ਵੱਲੋਂ ਆਈ ਇੱਕ ਚਿੱਠੀ ਦਾ ਜਵਾਬ ਤਿਆਰ ਕਰਨ ਲਈ ਕਿਹਾ। ਮੁਅੱਜ਼ਮ ਨੇ ਭਾਈ ਨੰਦ ਲਾਲ ਜੀ ਕੋਲੋਂ ਜਵਾਬ ਤਿਆਰ ਕਰਵਾਇਆ। ਔਰੰਗਜ਼ੇਬ ਨੂੰ ਭਾਈ ਨੰਦ ਲਾਲ ਦੁਆਰਾ ਤਿਆਰ ਕੀਤਾ ਜਵਾਬ ਦਾ ਖਰੜਾ ਸਭ ਤੋਂ ਵੱਧ ਪਸੰਦ ਆਇਆ। ਇੱਥੇ ਹੀ ਇੱਕ ਵਾਰ ਕੁਰਾਨ ਦੀ ਇੱਕ ਆਇਤ ਦੇ ਅਰਥਾਂ ਬਾਰੇ ਦਰਬਾਰ ਵਿੱਚ ਬਹਿਸ ਚੱਲ ਪਈ। ਸ਼ਹਿਜ਼ਾਦਾ ਮੁਅੱਜ਼ਮ ਨੇ ਭਾਈ ਸਾਹਿਬ ਤੋਂ ਇਸ ਆਇਤ ਦੇ ਅਰਥ ਪੁੱਛ ਕੇ ਦੂਜੇ ਦਿਨ ਦਰਬਾਰ ਵਿੱਚ ਜਾ ਸੁਣਾਏ। ਔਰੰਗਜ਼ੇਬ ਇਹ ਅਰਥ ਸੁਣ ਕੇ ਬਹੁਤ ਪ੍ਰਸੰਨ ਹੋਇਆ। ਜਦ ਉਸ ਨੂੰ ਮੁਅੱਜ਼ਮ ਨੇ ਦੱਸਿਆ ਕਿ ਇਹ ਅਰਥ ਉਸ ਦੇ ਮੀਰ ਮੁਨਸ਼ੀ ਭਾਈ ਨੰਦ ਲਾਲ ਜੀ ਨੇ ਕੀਤੇ ਹਨ, ਤਾਂ ਔਰੰਗਜ਼ੇਬ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਕਿ ਇੱਕ ਹਿੰਦੂ ਕਾਫਰ ਨੇ ਕੁਰਾਨ ਦੀ ਆਇਤ ਦੇ ਅਰਥ ਮੁਸਲਮਾਨ ਵਿਦਵਾਨਾਂ ਨਾਲੋਂ ਵੀ ਪ੍ਰਭਾਵਸ਼ਾਲੀ ਢੰਗ ਨਾਲ ਕੀਤੇ ਹਨ। ਉਸ ਨੇ ਮੁਅੱਜ਼ਮ ਨੂੰ ਆਪਣੀ ਇਹ ਇੱਛਾ ਜ਼ਾਹਿਰ ਕੀਤੀ ਕਿ ਅਜਿਹਾ ਵਿਦਵਾਨ ਕਾਫਰ ਨਹੀਂ ਟਿਕਿਆ ਰਹਿਣਾ ਚਾਹੀਦਾ, ਸਗੋਂ ਇਸਲਾਮ ਦੇ ਘੇਰੇ ਵਿੱਚ ਆਉਣਾ ਚਾਹੀਦਾ ਹੈ। ਉਂਝ ਇੱਕ ਜਨਤਕ ਦਰਬਾਰ ਲਾ ਕੇ ਭਾਈ ਸਾਹਿਬ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ 500 ਰੁਪਏ ਇਨਾਮ ਵਜੋਂ ਵੀ ਦਿੱਤੇ ਗਏ। ਜਦੋਂ ਭਾਈ ਨੰਦ ਲਾਲ ਜੀ ਨੂੰ ਔਰੰਗਜ਼ੇਬ ਦੀ ਇੱਛਾ ਦਾ ਪਤਾ ਲੱਗਾ ਤਾਂ ਆਪ ਨੌਕਰੀ ਛੱਡ ਕੇ ਸ਼੍ਰੀ ਅਨੰਦਪੁਰ ਸਾਹਿਬ ਆ ਗਏ ਅਤੇ ਫਿਰ 1697 ਤੋਂ ਲੈ ਕੇ 1704 ਤੱਕ ਭਾਈ ਨੰਦ ਲਾਲ ਜੀ ਅਨੰਦਪੁਰ ਸਾਹਿਬ ਵਿੱਚ ਹੀ ਟਿਕੇ ਰਹੇ। ਇਸੇ ਅਰਸੇ ਵਿੱਚ ਆਪ ਜੀ ਨੇ ਅੰਮ੍ਰਿਤਪਾਨ ਕੀਤਾ ਅਤੇ ਆਪ ਭਾਈ ਨੰਦ ਲਾਲ ਸਿੰਘ ਜੀ ਬਣ ਗਏ। ਔਰੰਗਜ਼ੇਬ ਦੀ ਮੌਤ ਮਗਰੋਂ ਸਨ 1707 ਵਿੱਚ ਸ਼ਹਿਜ਼ਾਦਾ ਮੁਅੱਜ਼ਮ ਬਹਾਦਰ ਸ਼ਾਹ ਦੇ ਨਾਂ ਨਾਲ ਭਾਰਤ ਦਾ ਰਾਜਾ ਬਣਿਆ। ਭਾਈ ਸਾਹਿਬ ਫਿਰ ਉਸ ਦੀ ਸੇਵਾ ਵਿੱਚ ਆ ਹਾਜ਼ਰ ਹੋਏ। ਜਦ ਬਹਾਦਰ ਸ਼ਾਹ ਦੇ ਭਰਾ ਆਜਮ ਨੇ ਬਗਾਵਤ ਕਰ ਦਿੱਤੀ ਤਾਂ ਉਸ ਨੇ ਭਾਈ ਨੰਦ ਲਾਲ ਸਿੰਘ ਜੀ ਨੂੰ 10ਮ ਪਾਤਸ਼ਾਹ ਕੋਲੋਂ ਫੌਜੀ ਸਹਾਇਤਾ ਲੈਣ ਲਈ ਭੇਜਿਆ। ਗੁਰੂ ਜੀ ਨੇ 300 ਸਿੱਖ ਫੌਜੀ ਉਸ ਦੀ ਸਹਾਇਤਾ ਲਈ ਭੇਜੇ।
ਆਗਰੇ ਦੇ ਕੋਲ ਜਾਓ ਵਿਖੇ 8 ਜੂਨ 1707 ਨੂੰ ਹੋਈ ਲੜਾਈ ਵਿੱਚ ਬਹਾਦਰ ਸ਼ਾਹ ਨੇ ਆਪਣੇ ਭਰਾ ਨੂੰ ਹਰਾ ਦਿੱਤਾ। ਉਸ ਨੇ ਫੌਜੀ ਸਹਾਇਤਾ ਭੇਜਣ ਲਈ ਗੁਰੂ ਜੀ ਦਾ ਧੰਨਵਾਦ ਕੀਤਾ। ਭਾਈ ਨੰਦ ਲਾਲ ਜੀ ਦੇ ਦੇਹਾਂਤ ਦੀ ਮਿਤੀ ਬਾਰੇ ਵਿਦਵਾਨਾਂ ਵਿੱਚ ਮਤਭੇਦ ਪਾਏ ਜਾਂਦੇ ਹਨ। ਇੱਕ ਸਿੱਖ ਵਿਦਵਾਨ ਨੇ ਉਹਨਾਂ ਦੀ ਮ੍ਰਿਤੂ 1705 ਵਿੱਚ ਹੋਈ ਮੰਨੀ ਹੈ। ਡਾਕਟਰ ਹਰੀ ਰਾਮ ਗੁਪਤਾ ਅਨੁਸਾਰ ਆਪ ਸਨ 1715 ਵਿੱਚ ਕਾਲਵਸ ਹੋਏ। ਲਾਲਾ ਪਰਮਾਨੰਦ ਅਰੋੜਾ ਨੇ ਕਾਫੀ ਖੋਜ ਕਰਕੇ ਦੱਸਿਆ ਕਿ ਆਪ ਸਨ 1713 ਈਸਵੀ ਵਿੱਚ ਅਕਾਲ ਚਲਾਣਾ ਕਰ ਗਏ ਸਨ। ਇਹ ਸਨ 1713 ਹੀ ਠੀਕ ਜਾਪਦਾ ਹੈ। ਬਾਕੀ ਕਈ ਹੋਰ ਇਤਿਹਾਸਕਾਰਾਂ ਜਾਂ ਵਿਦਵਾਨਾਂ ਨੇ ਇਸ ਉੱਤੇ ਖੋਜ ਵੀ ਕੀਤੀ, ਆਪੋ ਆਪਣੇ ਤਰੀਕੇ ਨਾਲ ਸਨ ਮਿਥਿਆ ਗਿਆ। ਸੋ ਜੋ ਵੀ ਹੈ, ਇਸ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਈ ਨੰਦ ਲਾਲ ਜੀ ਨੇ ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਅਤੇ ਉਹਨਾਂ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਧੰਨ ਕੀਤਾ। ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਇੱਥੇ ਹੀ ਸਮਾਪਤੀ ਹੈ। ਫਿਰ ਅਗਲੀ ਇਸੇ ਹੀ ਤਰ੍ਹਾਂ ਇਤਿਹਾਸਕ ਵੀਡੀਓ ਲੈ ਕੇ ਆਪ ਜੀ ਦੇ ਨਾਲ ਰੂਬਰੂ ਹੋਵਾਂਗੇ ਅਤੇ ਰਹੋ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।